ਢਿੱਲੋਂ ਸਾਹਿਬ, ਜਦੋਂ ਤੁਹਾਡਾ ਸਿਸਟਮ 'ਚ ਵਿਸ਼ਵਾਸ ਨਹੀਂ ਹੁੰਦਾ ਤਾਂ ਇਹ ਅਦਾਲਤ ਤੁਹਾਨੂੰ ਕਿਉਂ ਸੁਣੇ? ਇਹ ਭਾਰਤੀ ਸੁਪਰੀਮ ਕੋਰਟ ਨੇ ਕਿਹਾ ਜੀ। ਬਹੁਤ ਟਿੱਪਣੀ ਜਿਹੜੀ ਹੈ ਤਲਖ ਹੈ ਜੀ ਸੁਪਰੀਮ ਕੋਰਟ ਦੀ ਜੀ। ਔਰ ਇਹ ਟਿੱਪਣੀ ਆਈ ਕਿਉਂ? ਇਹ ਦੁਖਾਂਤ ਬਹੁਤ ਵੱਡਾ ਹੈ ਜੀ। ਅਸਲ ਦੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਤੇ ਉਸ ਪਟੀਸ਼ਨ ਦੀ ਪੈਰਵੀ ਬਤੌਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕੀਤੀ। ਉਹ ਪਟੀਸ਼ਨ ਕੀ ਹੈ? ਪਟੀਸ਼ਨ ਇਹ ਹੈ ਕਿ ਜਿਹੜੇ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਹੈ ਜੀ, ਵੱਖ-ਵੱਖ ਸੂਬਿਆਂ ਦੇ ਵਿੱਚੋਂ ਆਏ, ਦਿੱਲੀ 'ਚ ਬੈਠੇ ਹੈ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਬੈਠੇ ਹੈ, ਉਹ ਜਾਣਾ ਚਾਹੁੰਦੇ ਆ ਆਪਣੇ ਘਰਾਂ ਵੱਲ ਤੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਉਹਨਾਂ ਨੂੰ ਫੋਰਸੀਬਲੀ ਰੋਕਿਆ ਹੋਇਆ ਹੈ। ਬਿਲਕੁਲ ਜੀ। ਪ੍ਰਸ਼ਾਂਤ ਭੂਸ਼ਣ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਕਿ 90% ਲੋਕ ਉਹ ਹੈ ਜਿਨ੍ਹਾਂ ਲੋਕਾਂ ਨੂੰ ਨਾ ਤਾਂ ਕੋਈ ਉਜਰਤ ਮਿਲਦੀ ਹੈ, ਕੋਈ ਉਹਨਾਂ ਨੂੰ ਦਿਹਾੜੀ ਮਜ਼ਦੂਰੀ ਨਹੀਂ ਮਿਲਦੀ ਤੇ ਨਾ ਹੀ ਉਹਨਾਂ ਨੂੰ ਠੀਕ ਤਰੀਕੇ ਨਾਲ ਖਾਣਾ ਮਿਲਦਾ ਹੈ। ਉਹ ਬਹੁਤ ਔਖੀਆਂ ਹਾਲਤਾਂ ਦੇ ਵਿੱਚੋਂ ਗੁਜ਼ਰ ਰਹੇ ਹੈ। ਇਸ ਪਟੀਸ਼ਨ ਰਾਹੀਂ ਇਹ ਮੰਗ ਕੀਤੀ ਗਈ ਸੀ ਕਿ ਉਹਨਾਂ ਲੋਕਾਂ ਦਾ ਮੈਡੀਕਲ ਚੈੱਕਅਪ ਕੀਤਾ ਜਾਵੇ। ਜੇ ਉਹ ਤੰਦਰੁਸਤ ਹੈਗੇ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਘਰੋਂ ਘਰੀ ਜਾਣ ਦੀ ਆਗਿਆ ਦੇ ਦਿੱਤੀ ਜਾਵੇ ਤੇ ਗੱਲ ਬਹੁਤ ਵਧੀਆ ਹੋਊ ਜੇ ਸਰਕਾਰ ਆਪਣੇ ਸਾਧਨਾਂ ਰਾਹੀਂ ਉਹਨਾਂ ਨੂੰ ਉਹਨਾਂ ਦੇ ਘਰੋਂ ਘਰੀ ਪਹੁੰਚਾਵੇ ਜੀ। ਕੁਝ ਸਟੇਟਾਂ ਨੇ ਕੀਤਾ, ਘਰੋਂ ਘਰੀ ਪਹੁੰਚਾਏ ਆ। ਯੂਪੀ ਵਾਲਿਆਂ ਨੇ ਆਪਣੇ ਜਿਹੜੇ ਸੀਗੇ ਬਿਹਾਰ ਨੇ, ਯੂਪੀ ਵਾਲਿਆਂ ਨੇ ਔਰ ਹੋਰ ਸਟੇਟਾਂ ਨੇ ਇਨਕਲੂਡਿੰਗ ਪੰਜਾਬ ਜੀ, ਉਹਨਾਂ ਨੇ ਕੋਟੇ ਦੇ ਵਿੱਚ ਜਿਹੜੇ ਸਾਡੇ ਸੱਜਣ ਬੈਠੇ ਸੀ, ਸਾਡਾ ਭਾਈਚਾਰਾ ਆਪੋ ਆਪਣਾ ਬੈਠਾ ਸੀ, ਵਿਦਿਆਰਥੀ ਬੈਠੇ ਸੀ, ਉਹਨਾਂ ਨੂੰ ਵੀ ਕੱਢਿਆ ਹੈ। ਹੋਰ ਲੋਕ ਬੈਠੇ ਸੀ, ਉਹਨਾਂ ਨੂੰ ਵੀ ਕੱਢਿਆ ਹੈ। ਜਿਸ ਵੇਲੇ ਤਬਲੀਗੀ ਜਮਾਤ ਦਾ ਮਰਕਜ਼ ਦੇ ਵਿੱਚ ਸੈਂਟਰ 'ਚ ਆਪਣਾ ਚੱਲਦਾ ਸਮਾਗਮ ਚੱਲਦਾ ਸੀ ਤੇ ਉਹ ਫਸ ਗਏ ਸੀ, ਉਸ ਵੇਲੇ ਹਰਿਦੁਆਰ ਦੇ ਵਿੱਚ ਵੀ ਕੁਝ ਲੋਕ ਫਸੇ ਹੋਏ ਸੀ ਤੇ ਉਹਨਾਂ ਨੂੰ ਅਮਿਤ ਸ਼ਾਹ ਹੋਰਾਂ ਨੇ, ਉਹ ਗੁਜਰਾਤ ਦੇ ਸੀ, ਬੱਸਾਂ ਭੇਜ ਕੇ ਤੇ ਗੁਜਰਾਤ ਤੱਕ ਬੁਲਾਇਆ ਸੀ। ਇਹ ਚੱਲਦਾ ਰਿਹਾ ਔਰ ਇਹ ਮੰਗ ਕੀਤੀ ਸੀ ਕਿ ਕਾਨੂੰਨੀ ਤੌਰ ਤੇ ਤੁਸੀਂ ਇਹਦੇ ਤੇ ਗੱਲ ਕਰੋ ਤੇ ਇਹ ਮਾਮਲਾ ਕੱਲ ਸੁਪਰੀਮ ਕੋਰਟ 'ਚ ਵਿਚਾਰ ਅਧੀਨ ਸੀ। 3 ਜੱਜ ਸਾਹਿਬਾਨ ਦਾ ਬੈਂਚ ਸੀ। ਉੱਥੇ ਜਿਹੜੇ ਸਾਡੇ ਸੋਲਿਸਿਟਰ ਜਨਰਲ ਹੈ ਸਰਕਾਰ ਦੇ ਪ੍ਰਤੀਨਿਧ ਤੁਸ਼ਾਰ ਮਹਿਤਾ ਹੋਣਾ ਨੇ ਇੱਕ ਬੇਨਤੀ ਕੀਤੀ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੂੰ ਕਿ ਮੈਨੂੰ 2 ਹਫ਼ਤਿਆਂ ਦਾ ਸਮਾਂ ਦੇ ਦਿਓ। 2 ਹਫ਼ਤਿਆਂ ਦੇ ਵਿੱਚ ਮੈਂ ਭਾਰਤ ਸਰਕਾਰ ਦਾ ਪੱਖ ਹੈ ਜਿਹੜਾ ਜਾਂ ਉਹਨਾਂ ਦਾ ਜਵਾਬ ਦਾਵਾ ਉਹ ਮੈਂ ਜਵਾਬ ਪੇਸ਼ ਕਰ ਦੂੰਗਾ। ਜਦੋਂ ਇਹ ਗੱਲ ਕਹਿ ਰਿਹਾ ਸੀ ਤੇ ਨਾਲ ਹੀ ਉਹਨੇ ਬੇਨਤੀ ਕੀਤੀ ਕਿ ਨੋਟਿਸ ਨਾ ਜਾਰੀ ਕੀਤਾ ਜਾਵੇ, ਭਾਰਤ ਸਰਕਾਰ ਦੇ ਨਾਂ ਤੇ ਨੋਟਿਸ ਨਾ ਜਾਰੀ ਕੀਤਾ ਜਾਵੇ। ਜੇ ਤੁਸੀਂ ਨੋਟਿਸ ਜਾਰੀ ਕਰੋਗੇ ਤਾਂ ਇਹਦੇ ਨਾਲ ਜਿਹੜੀ ਹੈਗੀ ਹੈ ਸਰਕਾਰ ਦੇ ਲਈ ਪ੍ਰੋਬਲਮ ਖੜੀ ਹੋਣੀ ਹੈ ਔਰ ਮੁਲਕ ਇਸ ਵੇਲੇ ਸੰਕਟ ਦੇ ਵਿੱਚ ਹੈ। ਸੰਕਟ ਦੇ ਸਮੇਂ ਦੇ ਵਿੱਚ ਸਰਕਾਰ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਤੁਸੀਂ ਜਵਾਨੀ ਕਲਾਮੀ ਮੈਨੂੰ ਕਹਿ ਦਿਓ ਜੀ ਤੇ ਮੈਂ 2 ਹਫ਼ਤੇ ਸਮਾਂ ਦੇ ਦੂੰਗਾ ਜੀ। तो ਇਹਦੇ ਤੇ ਪ੍ਰਸ਼ਾਂਤ ਭੂਸ਼ਣ ਨੇ ਆਬਜੈਕਸ਼ਨ ਜ਼ਾਹਰ ਕਰਤਾ। ਪ੍ਰਸ਼ਾਂਤ ਭੂਸ਼ਣ ਨੇ ਕਹਿਤਾ ਕਿ ਸ਼੍ਰੀਮਾਨ ਜੱਜ ਸਾਹਿਬਾਨ ਮੇਰੀ ਬੇਨਤੀ ਹੈ ਕਿ ਜੋ ਕੁਛ ਇਸ ਸੱਜਣ ਨੇ ਕਿਹਾ ਇਹਨੂੰ ਤੁਸੀਂ ਅੱਖਾਂ ਮੀਟ ਕੇ ਪ੍ਰਵਾਨ ਨਾ ਕਰਿਓ ਜੀ। ਜੇ ਇਹਨੂੰ ਅੱਖਾਂ ਮੀਟ ਕੇ ਪ੍ਰਵਾਨ ਕਰਨਾ ਦਾ ਜੱਜਾਂ ਦਾ ਕੋਈ ਮਕਸਦ ਨਹੀਂ ਹੈ ਨਾ ਔਰ ਇਹਦੇ ਤੇ ਜਿਹੜਾ ਨੋਟਿਸ ਜਾਰੀ ਕੀਤਾ ਜਾਵੇ ਜੀ। ਇੰਨੀ ਗੱਲ ਕਹੀ ਸੀ ਤੇ ਅਦਾਲਤ ਖਫਾ ਹੋ ਗਈ। ਬੜੀਆਂ ਤਲਖ ਟਿੱਪਣੀਆਂ ਕੀਤੀਆਂ। ਪਹਿਲੀ ਗੱਲ ਤਾਂ ਅਦਾਲਤ ਨੇ ਕਿਹਾ ਕਿ ਅਸੀਂ ਕਿਸੇ ਦੇ ਗੁਲਾਮ ਨਹੀਂ ਜੀ, ਅਸੀਂ ਜੱਜ ਸਾਹਿਬਾਨ ਆ, ਅਸੀਂ ਗੁਲਾਮ ਨਹੀਂ। ਦੂਜੀ ਗੱਲ ਉਹਨਾਂ ਨੇ ਕਿਹਾ ਪ੍ਰਸ਼ਾਂਤ ਭੂਸ਼ਣ ਨੂੰ ਕਿ ਜੇ ਤੁਹਾਡਾ ਸਿਸਟਮ ਦੇ ਵਿੱਚ ਵਿਸ਼ਵਾਸ ਹੀ ਹੈ ਨਹੀਂ, ਤੁਹਾਨੂੰ ਸਿਸਟਮ ਦੇ ਵਿੱਚ ਯਕੀਨ ਹੀ ਹੈ ਨਹੀਂ, ਤਾਂ ਫਿਰ ਤੁਹਾਡੀ ਸੁਣਵਾਈ ਅਸੀਂ ਕਿਉਂ ਕਰੀਏ। ਪ੍ਰਸ਼ਾਂਤ ਭੂਸ਼ਣ ਵੀ ਉਹਦੀ 30 ਸਾਲ ਦੀ ਪ੍ਰੈਕਟਿਸ ਹੈ। ਉਹਨੂੰ ਇਹ ਵੀ ਕਿਹਾ ਕਿ ਤੇਰੀ 30 ਸਾਲ ਦੀ ਪ੍ਰੈਕਟਿਸ ਹੈ, ਤੂੰ ਦਾਅਵਾ ਕਰਦਾ ਕਿ ਤੂੰ ਸਰਵਉੱਚ ਅਦਾਲਤ ਦੇ ਵਿੱਚ ਪਿਛਲੇ 30 ਸਾਲਾਂ ਤੋਂ ਪੇਸ਼ ਹੁੰਦਾ ਰਿਹਾ ਹੈ, ਤੈਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਵਕੀਲ ਸਾਹਿਬ ਕਿ ਹਰ ਜਿਹੜਾ ਹੈਗਾ ਫੈਸਲਾ ਉਹ ਕਦੇ ਪੋਜ਼ਿਟਿਵ ਨਹੀਂ ਹੁੰਦਾ ਜੀ। ਜਿਹੜਾ ਵੀ ਫੈਸਲਾ ਅਦਾਲਤਾਂ ਕਰਦੀਆਂ ਉਹ ਕੋਈ ਫੈਸਲਾ ਤੁਹਾਡੇ ਹੱਕ ਵਿੱਚ ਹੁੰਦਾ ਹੈ ਤੇ ਜੇ ਇੱਕ ਫੈਸਲਾ ਤੁਹਾਡੇ ਹੱਕ ਵਿੱਚ ਹੋ ਗਿਆ ਤਾਂ ਇੱਕ ਤੁਹਾਡੇ ਖਿਲਾਫ ਵੀ ਜਾ ਸਕਦਾ ਹੈ। ਤੁਸੀਂ ਇਹਦੇ ਤੇ ਕਿੰਤੂ ਪਰੰਤੂ ਜਿਹੜਾ ਹੈਗਾ ਕਿਉਂ ਕਰਦੇ ਹੋ, ਕਿਉਂ ਦਖਲ ਦਿੰਦੇ ਹੋ। ਪ੍ਰਸ਼ਾਂਤ ਭੂਸ਼ਣ ਨੇ ਬੜਾ ਢੁਕਵਾਂ ਜਵਾਬ ਦਿੱਤਾ ਅਦਾਲਤ ਨੂੰ। ਉਹਨੇ ਕਿਹਾ ਸ਼੍ਰੀਮਾਨ ਜੀ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਅਦਾਲਤ ਨੂੰ ਕਹਿ ਰਿਹਾ ਜੀ। ਇਹ ਅਦਾਲਤ ਜਿਹੜੀ ਹੈਗੀ ਆ ਸਰਵ ਸ਼ਕਤੀਮਾਨ ਹੈ, ਲੇਕਿਨ ਫਿਰ ਵੀ ਇਹ ਅਦਾਲਤ ਭਾਰਤ ਦੇ ਸੰਵਿਧਾਨ ਵੱਲੋਂ ਸਿਰਜੀ ਗਈ ਹੈ। ਅਦਾਲਤ ਆਪਣੇ ਆਪ ਹੀ ਹੋਂਦ ਵਿੱਚ ਆ ਗਈ। ਭਾਰਤ ਨੇ ਇੱਕ ਸੰਵਿਧਾਨ ਜਿਹੜਾ ਹੈਗਾ ਪ੍ਰਵਾਨ ਕੀਤਾ ਹੈ 1950 ਦੇ ਵਿੱਚ ਅਸੀਂ ਉਹਨੂੰ ਪ੍ਰਵਾਨ ਕੀਤਾ ਹੈ। ਸਾਡੇ ਜਿਹੜੇ ਉਸ ਵੇਲੇ ਦੇ ਸੰਵਿਧਾਨ ਸਭਾ ਦੇ ਮੈਂਬਰ ਸੀ ਉਹਨਾਂ ਨੇ ਕਾਫੀ ਮਿਹਨਤ ਕਰਕੇ ਉਹ ਬਣਾਇਆ ਹੋਇਆ ਹੈ। ਉਹਦੇ ਮਤਹਿਤ ਜਿਹੜੀ ਹੈਗੀ ਹੈ ਜੁਡੀਸ਼ਰੀ ਬਣੀ ਹੈ। ਇਹ ਉਹ ਹੈ। ਜੇ ਮੈਂ ਮਜ਼ਦੂਰਾਂ ਦੀ ਗੱਲ ਕਰਦਾ, ਪ੍ਰਵਾਸੀ ਮਜ਼ਦੂਰਾਂ ਦੀ,
ਉਹਨਾਂ ਦੇ ਉਹ ਮੌਲਿਕ ਅਧਿਕਾਰ ਹੈ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਦਿੱਤੇ ਹੋਏ ਹੈ ਜੀ। ਇਸ ਕਰਕੇ ਮੈਂ ਸੰਵਿਧਾਨ ਦੇ ਮੁਤਾਬਕ ਜੋ ਮੈਨੂੰ ਦਿੱਤਾ ਹੋਇਆ ਹੈ ਹੱਕ, ਮੈਂ ਉਹ ਹੱਕ ਦੀ ਵਰਤੋਂ ਕਰਦਾ ਜੀ। ਇੰਨੀ ਗੱਲ ਕਹਿੰਦਿਆਂ ਸਾਰ ਨਾਲ ਦੀ ਨਾਲ ਹੀ ਉਹਨੇ ਅਗਲੀ ਗੱਲ ਕਹਿ ਦਿੱਤੀ ਕਿ ਜੇ ਮੇਰਾ ਖੜੇ ਹੋਣ ਦਾ ਕਿਸੇ ਨੂੰ ਇਤਰਾਜ਼ ਹੈ ਕਿ ਮੈਂ ਕਿਉਂ ਬੋਲਦਾ, ਮੈਂ ਆਪਣੇ ਆਪ ਨੂੰ ਇਸ ਕੇਸ ਤੋਂ ਅਲੱਗ ਕਰ ਲੈਣਾ, ਮੈਂ ਚਲਾ ਜਾਣਾ, ਮੈਂ ਵਕਾਲਤ ਨਹੀਂ ਕਰਦਾ। ਪਰ ਇਹ ਮਤ ਭੁੱਲਿਆ ਜਾਵੇ ਕਿ ਜੇ ਮੈਂ ਵਕੀਲ ਨਾ ਰਿਹਾ ਤਾਂ ਇਹ ਗੱਲ ਨਹੀਂ ਕਿ ਪ੍ਰਵਾਸੀ ਮਜ਼ਦੂਰਾਂ ਦਾ ਕੋਈ ਵਕੀਲ ਨਹੀਂ ਰਹੂਗਾ, ਵਕੀਲ ਕੋਈ ਹੋਰ ਹੋ ਜੂ। ਤਾਂ ਫਿਰ ਅਦਾਲਤ ਨੇ ਕਿਹਾ ਵੀ ਨਹੀਂ ਨਹੀਂ ਨਹੀਂ, ਅਸੀਂ ਤੁਹਾਨੂੰ ਕਦੋਂ ਕਹਿੰਦੇ ਕਿ ਤੁਸੀਂ ਹਟ ਜਾਓ। ਪਰ ਉਹਦਾ ਇੰਨਾ ਕਸਰ ਹੋਇਆ ਕਿ ਜਿਹੜਾ ਆਪਣੇ ਤੁਸ਼ਾਰ ਮਹਿਤਾ ਸਾਹਿਬ ਕਹਿੰਦੇ ਸੀ ਕਿ ਸਾਨੂੰ 2 ਹਫ਼ਤੇ ਦਾ ਸਮਾਂ ਦੇ ਦਿਓ, ਅਦਾਲਤ ਨੇ ਫਿਰ ਇਹ ਕਹਿਤਾ ਕਿ 1 ਹਫ਼ਤੇ ਦੇ ਵਿੱਚ ਤੁਸੀਂ ਆਪਣਾ ਜਵਾਬ ਜਿਹੜਾ ਹੈਗਾ ਪੇਸ਼ ਕਰੋ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਡੀ ਜੁਡੀਸ਼ਰੀ ਅਸੀਂ ਕਹਿੰਦੇ ਆਜ਼ਾਦ ਹੈ, ਜੁਡੀਸ਼ਰੀ ਆਜ਼ਾਦ ਹੋ ਸਕਦੀ ਹੈ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਕ ਅਰਨਬ ਗੋਸਵਾਮੀ ਹੈ ਜਿਹੜਾ ਰਿਪਬਲਿਕ ਇੰਡੀਆ ਦਾ ਐਡੀਟਰ ਇਨ ਚੀਫ ਹੈ, ਉਹਨੇ ਸੋਨੀਆ ਗਾਂਧੀ ਦੇ ਖਿਲਾਫ ਕੋਈ ਟਿੱਪਣੀ ਕੀਤੀ ਸੀ। ਟਿੱਪਣੀ ਕਿਸ ਗੱਲ ਦੇ ਉੱਤੇ ਕੀਤੀ ਸੀ? ਟਿੱਪਣੀ ਇਹ ਕੀਤੀ ਸੀ ਕਿ ਪਾਲ ਘਰ ਦੇ ਵਿੱਚ ਜਿਹੜੇ 2 ਸਾਧੂ ਤੇ ਉਹਨਾਂ ਦਾ ਡਰਾਈਵਰ ਮਾਰਿਆ ਗਿਆ, ਜਦੋਂ ਟੀਵੀ ਚੈਨਲ ਦੇ ਉੱਤੇ ਬੈਠ ਕੇ ਉੱਥੇ ਵੱਖ-ਵੱਖ ਲੋਕਾਂ ਦੇ ਬਿਆਨ ਲੈਂਦਾ ਸੀ, ਉਹਨਾਂ ਦੀ ਵਰਜਨ ਲੈਂਦਾ ਸੀ, ਤੇ ਕਾਂਗਰਸ ਪਾਰਟੀ ਦਾ ਇੱਕ ਜਿਹੜਾ ਹੈਗਾ ਪ੍ਰਤੀਨਿਧ ਬੈਠਾ ਸੀ, ਉਹ ਕਾਂਗਰਸ ਪਾਰਟੀ ਦੇ ਪ੍ਰਤੀਨਿਧ ਨੂੰ ਕਹਿ ਰਿਹਾ ਕਿ ਜਿਹੜੀ ਤੁਹਾਡੀ ਪ੍ਰਧਾਨ ਹੈ, ਜਿਹੜੀ ਇਟਲੀ ਵਾਲੀ ਹੈਗੀ ਹੈ, ਤੁਹਾਡੀ ਇਟਲੀ ਤੋਂ ਆਈ ਹੋਈ ਹੈ, ਉਹ ਹੁਣ ਹਿੰਦੂਆਂ ਦੇ ਮਾਰਿਆ ਤੋਂ ਬੋਲਦੀ ਕਿਉਂ ਨਹੀਂ? ਉਹ ਕਹਿੰਦਾ ਵੀ ਉਹ ਜੇ ਕੋਈ ਹੋਰ ਮਰਿਆ ਹੁੰਦਾ ਤਾਂ ਉਹਨੇ ਪਿੱਟ ਸਿਆਪਾ ਕਰਨਾ ਸੀ। ਹੁਣ ਹਿੰਦੂ ਮਾਰੇ ਗਏ, ਹਿੰਦੂ ਸੰਤ ਮਾਰੇ ਗਏ, ਤੇ ਉਹਨੇ ਇਟਲੀ ਕਹਿੰਦਾ ਰਿਪੋਰਟ ਭੇਜੀ ਹੋਣੀ ਹੈ ਕਿ ਜਿੱਥੇ ਮੇਰੀ ਮਦਦ ਦੇ ਨਾਲ ਸਰਕਾਰ ਬਣੀ ਹੈ, ਆਹ ਦੇਖੋ ਉੱਥੇ ਹਿੰਦੂ ਮਾਰੇ ਗਏ। ਇਸ ਗੱਲ ਦੇ ਉੱਤੇ ਕਾਫੀ ਖੌਰੂ ਪੈ ਗਿਆ। ਕਾਂਗਰਸ ਨੇ ਕਿਹਾ ਸਾਡੀਆਂ ਭਾਵਨਾਵਾਂ ਇੰਜ ਹੁੰਦੀਆਂ। ਅਰਨਬ ਗੋਸਵਾਮੀ ਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ। ਉਹ ਮੁਕੱਦਮਾ ਦਰਜ ਹੋਣ ਤੋਂ ਬਾਅਦ ਅਰਨਬ ਗੋਸਵਾਮੀ ਸੁਪਰੀਮ ਕੋਰਟ ਜਾਂਦਾ ਹੈ, ਔਰ ਸੁਪਰੀਮ ਕੋਰਟ ਦੇ ਵਿੱਚੋਂ ਜਿਹੜੀ ਉਹਦੀ ਸੁਣਵਾਈ ਹੁੰਦੀ ਹੈ। ਨਿਯਮ ਇਹ ਹੈ ਸੁਪਰੀਮ ਕੋਰਟ ਦੇ ਵਿੱਚ ਕਿ ਜਦੋਂ ਤੁਸੀਂ ਫਾਈਲ ਕਰਨਾ ਹੈ ਤਾਂ ਫਾਈਲ ਕਰਨ ਵੇਲੇ ਤੁਸੀਂ ਮਤਲਬ ਕਾਰਨ ਦੱਸਣਾ ਹੈ ਕਿ ਮੈਂ ਹੇਠਲੀ ਅਦਾਲਤ ਵਿੱਚ ਗਿਆ ਨਹੀਂ, ਕਿਉਂ ਨਹੀਂ ਗਿਆ, ਇਹ ਪ੍ਰਾਇੋਰਟੀ ਕਿਉਂ ਬਣਦੀ ਹੈ, ਕਿਉਂ ਸੁਣਨਾ ਜ਼ਰੂਰੀ ਹੈ, ਇਹ ਕਾਰਨ ਦੱਸਣੇ ਪੈਣੇ ਰਜਿਸਟਰੀ ਕੋਲੇ। ਲੇਕਿਨ ਕੋਈ ਇਹ ਕਾਰਨ ਰਜਿਸਟਰੀ ਕੋਲੇ ਨਹੀਂ ਦੱਸਿਆ। ਫਿਰ ਅਦਾਲਤ ਜੁੜਦੀ ਹੈ, ਅਦਾਲਤ ਨੇ ਜੁੜ ਕੇ ਤੇ ਪੁੱਛਿਆ ਵੀ ਦੱਸੋ ਕੀ ਹੈ। ਜਿਹੜਾ ਕੰਮ ਰਜਿਸਟਰੀ ਕੋਲੇ ਕਰਨਾ ਸੀ ਉਹ ਸਾਰੇ ਦਾ ਸਾਰਾ ਕੰਮ ਅਦਾਲਤ ਕੋਲੇ ਕੀਤਾ ਹੈ। ਲੰਬਾ ਸਮਾਂ ਅਦਾਲਤ ਲਗਭਗ 1 ਘੰਟਾ ਉਹਦੇ ਤੇ ਸੁਣਵਾਈ ਹੁੰਦੀ ਹੈ, ਔਰ ਉਹਦੀ ਜਿਹੜੀ ਹੈਗੀ ਹੈ 3 ਹਫ਼ਤਿਆਂ ਦੇ ਲਈ ਉਹਦੇ ਤੇ ਗ੍ਰਿਫਤਾਰੀ ਤੇ ਰੋਕ ਲਾਤੀ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਉੱਥੇ ਤਾਂ ਗ੍ਰਿਫਤਾਰੀ ਤੇ ਰੋਕ ਲੱਗ ਗਈ, ਲੇਕਿਨ ਪ੍ਰਵਾਸੀ ਮਜ਼ਦੂਰ ਜਿਹੜੇ ਰਾਹਾਂ 'ਚ ਜਾਂਦੇ ਆ ਉਹਨਾਂ ਦਾ ਕੇਸ ਪਹਿਲਾਂ ਸੁਣਨ ਨੂੰ ਇਨਕਾਰ ਕਰਤਾ ਸੀ ਸੁਪਰੀਮ ਕੋਰਟ ਨੇ। ਇਵੇਂ ਜਿਵੇਂ ਜਿਹੜਾ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕਰਤੀ, ਕਸ਼ਮੀਰ ਜਿਹੜਾ ਇੱਕ ਜੰਮੂ ਕਸ਼ਮੀਰ ਇੱਕ ਆਜ਼ਾਦ ਰਾਜ ਹੁੰਦਾ ਸੀ, ਉਹਦੇ ਟੁਕੜੇ ਕਰਤੇ। ਇਹ ਮਾਮਲਾ ਕਿਹੜੇ ਵੇਲੇ ਦਾ ਤੁਹਾਡੇ ਧਿਆਨ 'ਚ ਹੋਣਾ ਵੀ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਿਆ, ਉਹਦੀ ਸੁਣਵਾਈ ਨਹੀਂ ਹੋ ਰਹੀ, ਹੋਰ ਬਹੁਤ ਸਾਰੇ ਮਾਮਲਿਆਂ ਦੀ ਸੁਣਵਾਈ ਨਹੀਂ ਹੋ ਰਹੀ। ਇਹਦਾ ਕਾਰਨ ਕੀ ਹੈ? ਹੁਣ ਜਿਸ ਬੈਂਚ ਨੇ ਅਰਨਬ ਗੋਸਵਾਮੀ ਦੀ ਗ੍ਰਿਫਤਾਰੀ ਤੇ ਰੋਕ ਲਾਈ ਹੈ, ਉਸ ਬੈਂਚ ਦੇ ਵਿੱਚ ਇੱਕ ਜੱਜ ਸਾਹਿਬ ਹੈ, ਸ਼ਾਹ ਸਾਹਿਬ ਕਿਸੇ ਜ਼ਮਾਨੇ ਦੇ ਵਿੱਚ ਗੁਜਰਾਤ ਦੀ ਹਾਈ ਕੋਰਟ ਦੇ ਜੱਜ ਹੁੰਦੇ ਸੀ। ਜਸਟਿਸ ਤੀਰਥ ਸਿੰਘ ਠਾਕੁਰ ਜਦੋਂ ਸੁਪਰੀਮ ਕੋਰਟ ਦੇ ਜੱਜ ਸੀ, ਉਹਨਾਂ ਨੇ ਉਹਨਾਂ ਦੀ ਬਦਲੀ ਕਰਤੀ, ਗੁਜਰਾਤ ਦੀ ਹਾਈ ਕੋਰਟ ਤੋਂ ਕਿਤੇ ਬਾਹਰ ਦੀ ਹਾਈ ਕੋਰਟ ਦੀ ਬਦਲੀ ਕਰਤੀ। ਲੇਕਿਨ ਉਹ ਬਦਲੀ ਦੀ ਜਿਹੜੀ ਪ੍ਰਪੋਜ਼ਲ ਕੇਂਦਰ ਸਰਕਾਰ ਕੋਲੇ ਭੇਜੀ, ਕੇਂਦਰ ਸਰਕਾਰ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ, ਫਾਈਲ ਦੱਬ ਕੇ ਰੱਖ ਲਈ। ਜਦੋਂ ਜਸਟਿਸ ਟੀ.ਐਸ. ਠਾਕੁਰ ਰਿਟਾਇਰ ਹੋ ਗਏ, ਉਹਨਾਂ ਦੀ ਥਾਂ ਤੇ ਜਸਟਿਸ ਖੇਰ ਆ ਗਏ, ਤਾਂ ਉਹ ਜਿਹੜੀ ਹੈਗੀ ਹੈ ਪ੍ਰਪੋਜ਼ਲ ਵਾਪਸ ਭੇਜੀ, ਔਰ ਉਹ ਪ੍ਰਪੋਜ਼ਲ ਵਾਪਸ ਭੇਜਤੀ। ਖੇਰ ਸਾਹਿਬ ਉੱਥੇ ਆਪਦਾ ਚੁੱਪ ਕਰਕੇ, ਉਹਨਾਂ ਨੇ ਵੀ ਕੋਈ ਕਾਰਵਾਈ ਨਾ ਕੀਤੀ, ਉਹ ਜਿਵੇਂ ਪਈ ਰਹੀ। ਬਾਅਦ ਦੇ ਵਿੱਚ ਜਸਟਿਸ ਸ਼ਾਹ ਜਿਹੜੇ ਹੈਗੇ ਪਟਨਾ ਹਾਈ ਕੋਰਟ ਦੇ ਚੀਫ ਬਣ ਗਏ, ਔਰ ਪਟਨਾ ਹਾਈ ਕੋਰਟ ਦੇ ਚੀਫ ਬਣ ਕੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਮੋਦੀ ਹੀਰੋ ਹੈ, ਮੋਦੀ ਮਾਡਲ ਹੈ, ਇਹ ਗੱਲਾਂ ਕਹੀਆਂ ਸੀ। ਹੁਣ ਇੱਥੇ ਵੀ ਉਹ ਆ ਗਿਆ। ਤੇ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਗੋਸਵਾਮੀ ਦੇ ਖਿਲਾਫ ਪਰਚੇ ਦਰਜ ਹੋਏ ਹੈ, ਸਭ ਤੋਂ ਪਹਿਲਾਂ ਜਿਹੜਾ ਵਿਰੋਧ ਕੀਤਾ ਸੀ ਉਹ ਕਿਹਨਾਂ ਨੇ ਕੀਤਾ ਸੀਗਾ ਜੀ? ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਕਾਸ਼ ਜਾਵੜੇਕਰ ਹੈਗੇ, ਜਿਹੜੇ ਸਾਡੇ ਸੂਚਨਾ ਪ੍ਰਸਾਰਣ ਮੰਤਰੀ ਹੈ, ਉਹਨਾਂ ਨੇ ਵਿਰੋਧ ਕੀਤਾ ਸੀ, ਵਗੈਰਾ ਵਗੈਰਾ ਚੱਲਦਾ ਰਹਿੰਦਾ, ਸਾਰਾ ਕੁਛ ਇਹ ਹੋਇਆ ਵੈ। ਸੋ ਇਸ ਕਰਕੇ ਜੇ ਅਸੀਂ ਕਹਿ ਦਈਏ ਕਿ ਸਾਰਾ ਕੁਛ ਠੀਕ ਠਾਕ ਹੋ ਰਿਹਾ, ਜੁਡੀਸ਼ਰੀ ਠੀਕ ਕਰ ਰਹੀ ਹੈ, ਤਾਂ ਮੇਰੇ ਖਿਆਲ ਮੁਤਾਬਕ ਜੋ ਪ੍ਰਸ਼ਾਂਤ
ਭੂਸ਼ਣ ਨੇ ਜਿਹੜੀਆਂ ਗੱਲਾਂ ਕਹੀਆਂ ਜੀ ਉਹ ਗੱਲਾਂ ਕਹਿਣ ਲਈ ਉਹ ਮਜਬੂਰ ਹੋਇਆ। ਸੋ ਇਸ ਵੇਲੇ ਦੀ ਸਥਿਤੀ ਹੈ ਕਿ ਮੀਡੀਆ ਸਾਡਾ ਜਿਹੜਾ ਹੈਗਾ ਕਾਰਜਪਾਲਿਕਾ ਜੀ ਤੇ ਵਿਧਾਨ ਪਾਲਿਕਾ ਇਹ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੇ ਕਬਜ਼ੇ ਦੇ ਵਿੱਚ ਹੈ। ਜਿਹੜੀਆਂ ਸਾਡੀਆਂ ਸੰਵਿਧਾਨਕ ਸੰਸਥਾਵਾਂ ਨੂੰ ਪੰਗੂ ਬਣਾ ਕੇ ਰੱਖ ਦਿੱਤਾ ਗਿਆ ਜੀ। ਮੀਡੀਆ ਦਾ ਵੱਡਾ ਹਿੱਸਾ ਕਾਬੂ ਕਰ ਲਿਆ, ਰਹਿ ਗਈ ਸੀ ਜੁਡੀਸ਼ਰੀ ਤੇ ਹੁਣ ਜੁਡੀਸ਼ਰੀ ਦੀ ਹਾਲਤ ਸਾਡੇ ਸਾਹਮਣੇ ਹੈ ਜਿਹੜੀ ਮੈਂ ਤੁਹਾਡੇ ਨਾਲ ਜ਼ਿਕਰ ਕਰ ਚੁੱਕਾ।